ਹੈਲੋ एवरीवन ਅੱਜ ਆਪਾਂ ਰੀਡ ਕਰਦੇ ਕੰਜ਼ਿਊਮਰ ਬਾਇੰਗ ਔਰ ਡਿਸੀਜਨ ਮੇਕਿੰਗ ਪ੍ਰੋਸੈਸ ਕਿ ਹੁਣ ਫਰਦਰ ਹੁਣ ਕੰਜ਼ਿਊਮਰ ਕਿੱਦਾਂ ਡਿਸੀਜਨ ਲੈਂਦਾ ਕਿਸੇ ਪਾਰਟਿਕੂਲਰ ਪ੍ਰੋਡਕਟ ਨੂੰ ਖਰੀਦਣ ਲਈ ਕਿਵੇਂ ਉਸ ਦੀ ਡਿਜ਼ਾਇਰ ਆਉਂਦੀ ਹੈ ਕਿਵੇਂ ਉਹ ਆਪਣੇ ਲੱਭਦਾ ਕਿ ਮੈਂ ਕਿਵੇਂ ਕਿਸ ਤੋਂ ਇਨਫੋਰਮੇਸ਼ਨ ਲਵਾਂ ਠੀਕ ਹੈ ਇਹ ਆਪਾਂ ਹੁਣ ਅੱਜ ਸਭ ਡਿਸਕਸ ਕਰਾਂਗੇ ਅੰਡਰਸਟੈਂਡਿੰਗ ਕੰਜ਼ਿਊਮਰ ਬਿਹੇਵੀਅਰ ਮੇਕ ਇਟਸ ਮੈਂਡੇਟਰੀ ਟੂ ਫਸਟ ਅੰਡਰਸਟੈਂਡ ਦ ਬਾਇੰਗ ਪ੍ਰੋਸੈਸ ਪਹਿਲਾਂ ਉਸ ਨੂੰ ਅੰਡਰਸਟੈਂਡ ਕਰਨਾ ਕਿ ਕੀ ਬਾਇੰਗ ਪ੍ਰੋਸੈਸ ਹੈ ਕਿਵੇਂ ਮੈਂ ਚੀਜ਼ ਨੂੰ ਖਰੀਦ ਸਕਦਾ ਉਹਨੂੰ ਮੈਂਡੇਟਰੀ ਮਤਲਬ ਜ਼ਰੂਰੀ ਹੋ ਜਾਂਦਾ ਹੈ good many model of consumer behavior portraying buying process have been developed during the last 3 decades बहुत मतलब अच्छे अच्छे consumer buying behavior process ਦੇ ਬਹੁਤ ਅੱਛੇ ਅੱਛੇ ਮੋਡਲ ਆਪਣੇ 3 decades ਮਤਲਬ 30 ਸਾਲਾਂ ਦੇ ਵਿੱਚ ਆ ਚੁੱਕੇ ਹਨ these model treat consumer as decision maker ਤਾਂ ਇਹ ਵਾਲੇ ਮਾਡਲ ਨੂੰ ਆਪਾਂ ਟ੍ਰੀਟ ਕਰਦੇ ਹਾਂ ਕਿ ਕੰਜ਼ਿਊਮਰ ਇਹ ਮਾਡਲ ਟ੍ਰੀਟ ਕਰਦਾ ਡਿਸੀਜਨ ਲੈਂਦੇ ਹੋਏ among all these models the one given by Mr. J.A. Howard and J.A. Sheth in their title, The Theory of Buyer Behavior, is a sophisticated model which is the most comprehensive and hence largely accepted. ਜਿਹੜੇ ਇਹਨਾਂ ਦੇ ਮਾਡਲਸ ਨੇ ਨਾ ਇਹ ਇਹਨਾਂ ਨੂੰ ਥਿਊਰੀ ਆਫ ਬਾਇਰ ਬਿਹੇਵੀਅਰ ਦੇ ਇਹਨਾਂ ਨੇ ਜੋ ਦਿੱਤੇ ਹੈ ਬਹੁਤ ਸੋਫਿਸਟੀਕੇਟਡ ਬਹੁਤ ਵਧੀਆ ਮਾਡਲ ਇਹਨਾਂ ਨੇ ਕੰਸੀਡਰ ਕੀਤੇ ਨੇ ਕਿਉਂਕਿ ਲਾਰਜਲੀ ਆਪਾਂ ਇਹੀ ਐਕਸੈਪਟ ਕਰਦੇ ਹਾਂ ਇਨ ਸਿੰਪਲ ਵਰਡਸ ਦ ਬਾਇੰਗ ਪ੍ਰੋਸੈਸ ਇਜ਼ ਮੇਡ ਅਪ ਆਫ 3 ਸਟੇਜਿਸ ਪਹਿਲਾ ਇਨਪੁਟ ਫਿਰ ਆਪਾਂ ਪ੍ਰੋਸੈਸ ਕਰਦੇ ਹਾਂ ਫਿਰ ਉਸਨੂੰ ਆਪਾਂ ਆਊਟਪੁੱਟ ਕ੍ਰੀਏਟ ਕਰਦੇ ਹਾਂ ਕੰਜ਼ੰਪਸ਼ਨ ਇਜ਼ ਅ ਪ੍ਰੋਸੈਸ ਦੈਟ ਬਿਗਿਨਸ ਵੈਲ ਬਿਫੋਰ ਅ ਪ੍ਰੋਡਕਟ ਇਜ਼ ਬੌਟ ਪ੍ਰੋਡਕਟ ਆਪਾਂ ਕੀ ਮਤਲਬ ਖਰੀਦ ਲਿਆ ਐਂਡ ਐਕਸਟੈਂਡ ਵੈਲ ਬਿਯੋਂਡ ਦੈਟ ਮਤਲਬ ਕਿੰਨਾ ਆਪਾਂ ਉਸਨੂੰ ਐਕਸਟੈਂਡ ਕਰ ਰਹੇ ਬਾਇੰਗ ਪ੍ਰੋਸੈਸ ਰਿਪਰੈਜ਼ੈਂਟ ਪ੍ਰੋਬਲਮ ਸੋਲਵਿੰਗ ਅਪਰੋਚ ਇਟ ਇਜ਼ ਅ ਡਿਸੀਜਨ ਮੇਕਿੰਗ ਪ੍ਰੋਸੈਸ ਲੀਡਿੰਗ ਟੂ ਬਾਇੰਗ ਡਿਸੀਜਨ ਔਨ ਦ ਪਾਰਟ ਆਫ ਕੰਜ਼ਿਊਮਰਸ ਪਹਿਲਾਂ ਆਪਾਂ ਡਿਸੀਜਨ ਮੇਕਿੰਗ ਪ੍ਰੋਸੈਸ ਤੋਂ ਖਰੀਦਣ ਤੱਕ ਦੇ ਪ੍ਰੋਸੈਸ ਨੂੰ ਇਸ 'ਤੇ ਡਿਸਕਸ ਕਰਾਂਗੇ need recognition, information search for the evaluation and intention, then for the purchase decision and for the post purchase reaction ਤਾਂ ਇਹਨਾਂ ਨੂੰ ਤੁਸੀਂ ਲਾਈਨ ਵਾਈਜ਼ ਲਿਖ ਕੇ ਆਇਆ ਕਰੋ ਸਟੈਪ ਵਾਈਜ਼ ਹੀ ਇੱਧਰ ਉੱਧਰ ਨਹੀਂ ਕਰਨਾ ਕਿਉਂਕਿ ਆਪਣੀ ਨੀਡਸ ਜਿਹੜੇ ਸਟੈਪਸ ਹੁੰਦੇ ਨੇ ਪਹਿਲਾਂ ਆਪਾਂ ਇਨਫੋਰਮੇਸ਼ਨ ਸਰਚ ਨਹੀਂ ਕਰਾਂਗੇ ਪਹਿਲਾਂ ਆਪਾਂ ਨੀਡ ਰਿਕੋਗਨਾਈਜ਼ ਕਰਾਂਗੇ ਤਾਂ ਇਟ ਸ਼ੁੱਡ ਬੀ ਨਾ ਪ੍ਰੋਪਰ ਹਾਇਰਾਰਕੀ ਓਕੇ ਤਾਂ ਨੀਡ ਰਿਕੋਗਨੀਸ਼ਨ ਤਾਂ ਸਭ ਤੋਂ ਪਹਿਲਾਂ ਆਪਣੇ ਕਾਲਮਸ ਬਣਾ ਕੇ ਆਇਆ ਕਰੋ ਇਹ ਬਹੁਤ ਨੰਬਰ ਤੁਹਾਡੇ ਬੂਸਟ ਅਪ ਕਰਦੇ ਨੇ ਤਾਂ ਤੁਹਾਡੀ ਹੈਡਿੰਗਸ ਪ੍ਰੋਪਰ ਹੈਡਿੰਗ ਪ੍ਰੋਪਰ ਇੱਕ ਵਰਡ ਦੀ ਜੋ ਤੁਹਾਨੂੰ ਬੁੱਕ ਦੇ ਵਿੱਚ ਗਿਵਨ ਹੈ ਉਹੀ ਹੋਣੀ ਚਾਹੀਦੀ ਹੈ ਦ ਸਟਾਰਟਿੰਗ ਪੁਆਇੰਟ ਆਫ ਬਾਇੰਗ ਪ੍ਰੋਸੈਸ ਇਜ਼ ਦ ਪਰਸੀਵਡ ਵਾਂਟ ਔਰ ਅ ਡਿਜ਼ਾਇਰ ਕਿ ਆਪਣੀ ਕੀ ਵਾਂਟ ਹੈ ਕੀ ਡਿਜ਼ਾਇਰ ਹੈ ਇਹ ਆਪਣਾ ਸਟਾਰਟਿੰਗ ਬਾਇੰਗ ਪ੍ਰੋਸੈਸ ਹੈ ਨੀਡ ਰਿਕੋਗਨੀਸ਼ਨ ਇਜ਼ ਦ ਅਵੇਅਰਨੈਸ ਆਫ ਦ ਵਾਂਟ ਔਰ ਅ ਡਿਜ਼ਾਇਰ ਔਰ ਅ ਕੰਜ਼ੰਪਸ਼ਨ ਪ੍ਰੋਬਲਮ ਵਿਦਾਊਟ whose satisfaction the consumer feels restless and tension charge ਕਈ ਵਾਰ ਕੀ ਹੁੰਦਾ ਵੀ ਹੁਣ ਕੰਜ਼ਿਊਮਰ ਨੂੰ ਕੋਈ ਚੀਜ਼ ਚਾਹੀਦੀ ਹੈ ਤਾਂ ਉਸ ਨੂੰ ਇੱਦਾਂ ਹੁੰਦਾ ਕਿ ਉਹ ਰੈਸਟਲੈਸ ਹੋ ਜਾਂਦਾ ਹੈ ਟੈਨਸ਼ਨ ਹੋ ਜਾਂਦੀ ਹੈ ਕਿ ਹਾਂਜੀ ਮੈਨੂੰ ਇਹ ਮੇਰੀ ਨੀਡ ਸੈਟਿਸਫਾਈ ਹੋਣਾ ਬਹੁਤ ਜ਼ਰੂਰੀ ਹੈ ਦੈਟ ਇਜ਼ ਹੀ ਔਰ ਸ਼ੀ ਫੀਲਸ ਦੈਟ ਅ ਡਿਜ਼ਾਇਰ ਔਰ ਅ ਵਾਂਟ ਹੈਜ਼ ਅਰਾਈਜ਼ਨ ਵਿਚ ਹੈਜ਼ ਟੂ ਬੀ ਸੈਟਿਸਫਾਈਡ ਕਿ ਉਸਨੂੰ ਇੱਦਾਂ ਹੁੰਦਾ ਕਿ ਮੇਰੀ ਨੀਡ ਇਹ ਜਲਦੀ ਤੋਂ ਜਲਦੀ ਸੈਟਿਸਫਾਈ ਹੋਵੇ ਨੀਡਸ ਔਰ ਵਾਂਟ ਅਰਾਈਜ਼ ਆਈਦਰ ਡਿਊ ਟੂ ਇੰਟਰਨਲ ਸਟਿਮੂਲਸ ਔਰ ਐਕਸਟਰਨਲ ਸਟਿਮੂਲਸ ਇੰਟਰਨਲ ਮਤਲਬ ਆਪਣੀ ਖੁਦ ਹੀ ਆਪਾਂ ਨੂੰ ਪਰਸਨਲ ਹੁੰਦਾ ਕਿ ਮੇਰੇ ਕੋਲ ਇਹ ਚੀਜ਼ ਹੋਣੀ ਚਾਹੀਦੀ ਐਕਸਟਰਨਲ ਮਤਲਬ ਆਪਾਂ ਬਾਹਰੋਂ ਦੇਖ ਕੇ ਇੱਦਾਂ ਹੋ ਜਾਂਦਾ ਕਿ ਨਹੀਂ ਵੀ ਯਾਰ ਮੈਨੂੰ ਇਹ ਚੀਜ਼ ਚਾਹੀਦੀ ਹੈ ਸਟਿਮੂਲੇਸ਼ਨ ਇਜ਼ ਕਾਲਡ ਬਾਈ ਮਾਰਕੀਟਿੰਗ ਐਕਸਪਰਟਸ ਐਜ਼ ਅ ਸਾਈਨ ਔਰ ਕਿਊ ਮਤਲਬ ਇਹਦਾ ਇੱਦਾਂ ਹੁੰਦਾ ਵੀ ਸਟਿਮੂਲਸ ਮਤਲਬ ਇੱਛਾ ਠੀਕ ਹੈ ਇਟ ਇਜ਼ ਦ ਇੰਟੈਂਸਿਟੀ ਆਫ ਦ ਅਰਜੈਂਸੀ ਆਫ ਅ ਵਾਂਟ ਦੈਟ ਡਿਸਾਈਡਸ ਦ ਸਪੀਡ ਐਟ ਵਿਚ ਇਜ਼ ਟੂ ਬੀ ਸੈਟਿਸਫਾਈਡ ਕਿੰਨੀ ਆਪਾਂ ਨੂੰ ਅਰਜੈਂਟਲੀ ਚੀਜ਼ ਦੀ ਜ਼ਰੂਰਤ ਹੈ ਜਿੰਨੀ ਆਪਾਂ ਨੂੰ ਅਰਜੈਂਸੀ ਹੋਏਗੀ ਉਨੀ ਆਪਾਂ ਸਪੀਡ ਦੇ ਵਿੱਚ ਚੀਜ਼ ਨੂੰ ਸੈਟਿਸਫਾਈ ਕਰਨ ਦੀ ਕੋਸ਼ਿਸ਼ ਕਰਾਂਗੇ ਹਿਊਮਨ ਬੀਇੰਗ ਹੈ ਬੰਡਲ ਆਫ ਡਿਜ਼ਾਇਰਸ ਹੁੰਦੀਆਂ ਨੇ ਨੀਡਸ ਹੁੰਦੀਆਂ ਨੇ ਵਾਂਟਸ ਹੁੰਦੇ ਨੇ ਇੱਕ ਡਿਜ਼ਾਇਰ ਖਤਮ ਹੁੰਦੀ ਹੈ ਦੂਸਰੀ ਆ ਜਾਂਦੀ ਹੈ ਹਾਵਰ ਦ ਮੋਸਟ ਅਰਜੈਂਟ ਵਨਸ ਆਰ ਪੁਸ਼ਡ ਟੂ ਦ ਟਾਪ ਔਨ ਦ ਪਰਚੇਸਿੰਗ ਪਾਵਰ ਔਰ ਹਿਜ਼ ਲਿਮਿਟਿਡ ਮਤਲਬ ਕਿੱਦਾਂ ਹੁੰਦਾ ਅਗਰ ਆਪਾਂ ਨੂੰ ਅਰਜੈਂਟ ਨੀਡ ਹੁੰਦੀ ਹੈ ਤਾਂ ਆਪਾਂ ਬਹੁਤ ਜਲਦੀ ਉਸ ਚੀਜ਼ ਨੂੰ ਖਰੀਦਣ ਦੀ ਕੋਸ਼ਿਸ਼ ਕਰਦੇ ਹਾਂ ਇਨਫੋਰਮੇਸ਼ਨ ਸਰਚ ਨੀਡ ਅਰਾਊਜ਼ ਹੋਊਗੀ ਫਿਰ ਆਪਾਂ ਨੂੰ ਇੱਦਾਂ ਹੁੰਦਾ ਕਿ ਆਪਾਂ ਕਿੱਥੋਂ ਕਿਹੜੀ ਏਰੀਆ ਦੀ ਪ੍ਰੋਡਕਟ ਔਰ ਸਰਵਿਸ ਪਹਿਲਾਂ ਤਾਂ ਆਪਣੇ ਕੋਲ ਅਵੇਲੇਬਲ ਹੋਣੀ ਬਹੁਤ ਇੰਪੋਰਟੈਂਟ ਹੈ ਕੰਜ਼ਿਊਮਰ ਦਾ ਇੰਟਰਸਟ ਇੰਡੀਕੇਟ ਕਰਦਾ ਕੰਜ਼ਿਊਮਰ ਦੀ ਵਿਲਿੰਗਨੈਸ ਨੂੰ ਕਿੰਨਾ ਉਹ ਸੈਟਿਸਫਾਈ ਉਹਨੂੰ ਪ੍ਰੋਡਕਟ ਬਾਰੇ ਮਿਲ ਰਹੀਆਂ ਨੇ ਕਿੰਨੀ ਰੈਲੀਵੈਂਟ ਇਨਫੋਰਮੇਸ਼ਨ ਉਹਨੂੰ ਅੱਛੇ ਤਰੀਕੇ ਨਾਲ ਪ੍ਰੋਡਕਟ ਦੀ ਮਿਲ ਰਹੀ ਹੈ ਕਿੱਦਾਂ ਉਹ ਸੋਰਸਿਸ ਆਫ ਇਨਫੋਰਮੇਸ਼ਨ ਕੌਣ ਨੇ ਉਹਦੇ ਫਰੈਂਡਸ ਰਿਲੇਟਿਵਸ ਨੇਬਰ ਸੇਲਸਮੈਨ ਡੀਲਰਸ ਐਡਵਰਟੀਜ਼ਮੈਂਟ ਪੈਕੇਜਿਸ ਐਂਡ ਅਬਵ ਆਲ ਕੰਜ਼ਿਊਮਰ ਆਰਗੇਨਾਈਜੇਸ਼ਨਸ ਉਹਨਾਂ ਤੋਂ ਸਭ ਤੋਂ ਉਹਨੂੰ ਇਨਫੋਰਮੇਸ਼ਨ ਪ੍ਰੋਪਰਲੀ ਤਰੀਕੇ ਨਾਲ ਮਿਲਦੀ ਹੈ
Consumer tries to get up to date adequate information regarding the product or service he wants to go in for. Like ਆਪਾਂ for an example ਆਪਾਂ ਮੋਬਾਈਲ ਫੋਨ ਤੋਂ ਲੈ ਕੇ ਚੱਲਦੇ ਹਾਂ। ਮੈਨੂੰ ਨੀਡ ਡਿਜ਼ਾਇਰ ਹੋਈ, ਮੇਰੇ ਕੋਲ ਮੋਬਾਈਲ ਫੋਨ ਨਹੀਂ ਹੈ, ਮੈਨੂੰ ਇੱਦਾਂ ਹੋ ਰਿਹਾ ਕਿ ਹਾਂਜੀ ਚਲੋ ਠੀਕ ਹੈ, ਅਗਰ ਮੇਰੇ ਕੋਲ ਮੋਬਾਈਲ ਫੋਨ ਹੋਵੇ ਤਾਂ ਮੈਨੂੰ ਕਮਿਊਨੀਕੇਟ ਕਰਨਾ ਈਜ਼ੀ ਹੋ ਜਾਏਗਾ, ਮੇਰਾ ਕੰਮ ਕਰਨਾ ਈਜ਼ੀ ਹੋ ਜਾਏਗਾ। ਫਿਰ ਆਪਾਂ ਇਨਫੋਰਮੇਸ਼ਨ ਸਰਚ ਕਰਦੇ ਹਾਂ ਕਿ ਆਪਾਂ ਕਿੱਥੋਂ ਕੰਜ਼ਿਊਮਰ ਨੂੰ ਪ੍ਰੋਪਰ ਅਪ ਟੂ ਡੇਟ ਇਨਫੋਰਮੇਸ਼ਨ ਹੁੰਦੀ ਹੈ। ਠੀਕ ਹੈ, ਆਪਾਂ ਚੱਲ ਰਹੇ ਸੀ ਨਾ, ਮੈਨੂੰ फ़ोन ਦੀ ਰਿਕੁਆਇਰਮੈਂਟ ਹੈ, ਮੈਨੂੰ ਹੁਣ ਦਿਖ ਰਿਹਾ ਕਿ ਮੇਰੀ ਫਰੈਂਡਸ ਤੋਂ ਮੈਂ ਪੁੱਛੂੰਗੀ, ਆਪਣੇ ਰਿਲੇਟਿਵਸ ਤੋਂ ਪੁੱਛੂੰਗੀ, ਕੰਪਨੀ ਦੇ ਵਿੱਚ ਜਾ ਕੇ ਪੁੱਛੂੰਗੀ ਕਿ ਕੀ ਬੈਨੀਫਿਟਸ ਹੈ ਇਸ फ़ोन ਦੇ, ਮੈਂ ਕਿਹੜਾ फ़ोन ਖਰੀਦਾਂ, ਕਿਹੜਾ फ़ोन ਮੈਨੂੰ ਇਕਨੋਮਿਕਲੀ ਵੀ ਸੂਟੇਬਲ ਰਹੇਗਾ। ਠੀਕ ਹੈ, ਦੈਟ ਇਜ਼ ਇਨਫੋਰਮੇਸ਼ਨ ਸਰਚ। ਫਿਰ ਇਵੈਲੂਏਸ਼ਨ ਐਂਡ ਇੰਟੈਂਸ਼ਨ। It is a consumer deep interest in the product or service that paves the way of evaluation and intention. ਹੁਣ ਮੇਰਾ ਕਿੰਨਾ ਕੁ ਇੰਟਰਸਟ ਹੈ ਉਸ ਪ੍ਰੋਡਕਟ ਦੇ ਵਿੱਚ, ਕਿੰਨਾ ਕੁ ਇੰਟਰਸਟ ਹੈ ਮੇਰੀ ਉਸ ਸਰਵਿਸ ਦੇ ਵਿੱਚ, ਤਾਂ ਹੀ ਮੈਂ ਫਰਦਰ ਅੱਗੇ ਇਵੈਲੂਏਟ ਇੰਟੈਂਸ਼ਨ ਮੈਂ ਆਪਣਾ ਪੇ ਕਰੂੰਗੀ। The evaluation stage is the stage of mental trial of the product or a service. In an evaluation stage, the customer assigns relative value or weightages to different product or service based on the cumulative information and judges the relative worth of alternative product or service from the angle of a satisfying potential. ਇੱਥੇ ਕੀ ਹੁੰਦਾ ਵੀ ਅਲਟਰਨੇਟਿਵ ਪ੍ਰੋਡਕਟਸ ਦੇ ਬਾਰੇ ਸਰਚ ਆਊਟ ਕਰਦੇ ਹਾਂ। ਮੇਰੇ ਕੋਲ ਸੈਮਸੰਗ ਦਾ ਫ਼ੋਨ ਵੀ ਆਇਆ, ਫਿਰ ਮੇਰੇ ਕੋਲ ਨੋਕੀਆ ਦਾ ਵੀ ਆਇਆ, ਐਪਲ ਦਾ ਵੀ ਆਇਆ, ਜੋ ਵੀ ਹੁੰਦਾ ਲਿਨੋਵੋ ਵਗੈਰਾ ਦੇ ਵੀ ਫ਼ੋਨ ਆਏ, MI ਦੇ ਵੀ ਫ਼ੋਨ ਆਏ। ਠੀਕ ਹੈ, ਸਭ ਬ੍ਰਾਂਡਸ ਦੇ ਮੇਰੇ ਕੋਲ ਫ਼ੋਨ ਆਏ। ਮੈਂ ਹੁਣ ਸਭ ਦੇ ਕੈਟੇਗਰੀਜ਼ ਚੈੱਕ ਕਰੂੰਗੀ ਕਿ ਮੈਨੂੰ ਅਲਟਰਨੇਟਿਵ ਪ੍ਰੋਡਕਟ ਅਤੇ ਸਰਵਿਸ ਚੈੱਕ ਕਰੂੰਗੀ ਕਿ ਕਿਹੜੀ ਮੇਰੀ ਨੀਡਸ ਨੂੰ ਫੁਲਫਿਲ ਕਰ ਰਹੇ ਹੈ। ਵੰਸ ਜਦ ਉਸਨੇ ਇਵੈਲੂਏਟ ਕਰਤਾ ਤਾਂ ਇੰਟੈਂਸ਼ਨ ਐਕਸੈਪਟ ਕਰੇਗਾ, ਰਿਜੈਕਟ ਕਰੇਗਾ ਜੋ ਉਸਨੂੰ ਪ੍ਰੋਡਕਟ ਨਹੀਂ ਚਾਹੀਦੇ। ਫਾਈਨਲ ਪਰਚੇਜ ਡਿਪੈਂਡ ਔਨ ਦ ਰਿਲੇਟਿਵ ਸਟਰੈਂਥ ਆਫ ਦ ਪੋਜ਼ੀਟਿਵ ਇੰਟੈਂਸ਼ਨ ਟੂ ਬਾਈ। ਫਾਈਨਲ ਅਗਰ ਉਸਨੇ ਪੋਜ਼ੀਟਿਵ ਹੋਏਗਾ, ਉਸੇ ਸੱਚੀ ਖਰੀਦਣਾ ਹੋਏਗਾ ਤਾਂ ਉਹਦਾ ਫਾਈਨਲ ਇੱਥੇ ਪ੍ਰੋਡਕਟ ਫਾਈਨਲ ਹੋ ਜਾਏਗਾ। ਇਨ ਇਵੈਲੂਏਟਿੰਗ ਦ ਅਲਟਰਨੇਟਿਵਸ ਮੈਨੀ ਵੈਲਿਊਜ਼ ਆਰ ਟੇਕਨ ਇਨਟੂ ਅਕਾਊਂਟ। ਜਦੋਂ ਆਪਾਂ ਅਲਟਰਨੇਟਿਵਸ ਚੈੱਕ ਕਰਦੇ ਹਾਂ ਕੀ ਦੇਖਦੇ ਹਾਂ ਆਪਾਂ, ਕਰੈਕਟਰਿਸਟਿਕਸ, ਬ੍ਰਾਂਡ ਇਮੇਜ, ਟ੍ਰੇਡ ਆਫ, ਕਨਵੀਨੀਅੰਸ, ਫੈਸਿਲਿਟੀਜ਼, ਕੰਸੈਸ਼ਨਸ, ਆਪਾਂ ਨੂੰ ਕਿੰਨੇ ਕੁਛ ਕੀ ਦੇਗਾ, ਆਪਾਂ ਸਭ ਚੈੱਕ ਕਰਦੇ ਹਾਂ। ਪਰ ਇੱਥੇ ਆਪਾਂ ਆਪਣਾ ਡਿਸੀਜ਼ਨ ਇੱਕ ਲੈ ਲੈਂਦੇ ਹਾਂ, ਆਪਾਂ ਮਾਈਂਡ ਦੇ ਵਿੱਚ ਸੈਟਅਪ ਕਰ ਲੈਂਦੇ ਕਿ ਹਾਂਜੀ ਨਾ ਉਹ ਕਿ ਮੈਨੇ ਚਲੋ ਆਪਾਂ ਸੈਮਸੰਗ ਦਾ ਫ਼ੋਨ ਪਰਚੇਜ਼ ਕਰਨਾ। ਓਕੇ, the next one is purchase decision. It is the positive intention of the consumer that leads to a purchase decision. ਉਹਨੇ ਪੋਜ਼ੀਟਿਵ ਇੰਟੈਂਸ਼ਨ ਹੁੰਦੀ ਹੈ ਕਿ ਹੁਣ ਮੈਨੇ ਹੁਣ ਆਪਣਾ ਸੈਮਸੰਗ ਦਾ ਫ਼ੋਨ ਲੈਣਾ ਹੈ। ਡਿਸੀਜ਼ਨ ਟੂ ਪਰਚੇਜ਼। ਠੀਕ ਹੈ, ਨੈਕਸਟ ਕੀ ਹੈ ਕਿ ਆਪਾਂ ਇੰਟੈਂਸ਼ਨ ਆਪਣਾ ਕਿਸ ਪ੍ਰੋਡਕਟ ਨੂੰ ਪਰਚੇਜ਼ ਕਰਨ ਲਈ। ਡਿਸੀਜ਼ਨ ਟੂ ਪਰਚੇਜ਼ ਇੰਪਲਾਈਜ਼ ਕੰਜ਼ਿਊਮਰ ਕਮਿਟਮੈਂਟ। ਡਿਸੀਜ਼ਨ ਆਪਣਾ ਪਰਚੇਜ਼ ਆਪਾਂ ਕਰਦੇ ਹਾਂ, ਕੰਜ਼ਿਊਮਰ ਦੀ ਕਮਿਟਮੈਂਟ ਆਪਾਂ ਨੂੰ ਰਿਅਲਾਈਜ਼ ਹੁੰਦੀ ਹੈ। ਪ੍ਰੈਕਟੀਕਲੀ ਇਟ ਇਜ਼ ਦ ਲਾਸਟ ਸਟੇਜ ਆਫ ਬਾਇੰਗ ਪ੍ਰੋਸੈਸ। ਇਟ ਕੰਪਲੀਟਸ ਦ ਐਕਸਚੇਂਜ ਪ੍ਰੋਸੈਸ ਕਿ ਇੱਥੇ ਆਪਾਂ ਫ਼ੋਨ ਨੂੰ ਲੈ ਲੈਂਦੇ ਹਾਂ ਅਤੇ ਪੈਸੇ ਦੇ ਦਿੰਦੇ ਹਾਂ। ਸੱਚ ਅ ਪਰਚੇਜ਼ ਮੇ ਬੀ ਟਰਾਇਲ ਔਰ ਅਡੋਪਸ਼ਨ। ਆਪਾਂ ਕਈ ਵਾਰ ਟਰਾਇਲ ਬੇਸਿਸ 'ਤੇ ਵੀ ਲੈ ਲੈਂਦੇ ਹਾਂ ਨਾ। ਟਰਾਇਲ ਪਰਚੇਜ਼ ਆਰ ਡਨ ਵੈਨ ਦ ਕੰਜ਼ਿਊਮਰ ਬਾਈਜ਼ ਅ ਪ੍ਰੋਡਕਟ ਔਰ ਸਰਵਿਸ ਫॉर ਦ ਫਸਟ ਟਾਈਮ। ਦਿਸ ਅਕਰ ਮੋਸਟਲੀ ਇਨ ਕੇਸ ਆਫ ਕੰਜ਼ਿਊਮਰ ਨੋਨ ਡਿਊਰੇਬਲਸ। ਵੀ ਜਿੱਦਾਂ ਜ਼ਿਆਦਾ ਉਸ ਕਸਟਮਰਸ ਨੂੰ ਯੂਜ਼ ਨਹੀਂ ਕਰ ਰਹੇ, ਜਿੱਦਾਂ ਹੁਣ ਮੈਂ ਫਸਟ ਟਾਈਮ ਅਗਰ ਸੈਮਸੰਗ ਦਾ ਫ਼ੋਨ ਯੂਜ਼ ਕਰੂੰਗੀ ਤਾਂ ਮੈਂ ਆਈ ਐਮ ਅ ਨੋਨ ਡਿਊਰੇਬਲ ਕਸਟਮਰ। In case of customer durable, it is a purchase adoption then trial because a consumer durable item cannot be purchased on trial basis. ਤਾਂ ਇੱਦਾਂ ਹੁੰਦਾ ਕਿ ਆਪਾਂ ਕੰਜ਼ਿਊਮਰ ਡਿਊਰੇਬਲ ਪਰਸਨ ਜਿਹੜੇ ਆਈਟਮਸ ਹੁੰਦੇ ਨੇ ਆਪਾਂ ਪਰਚੇਜ਼ ਟਰਾਇਲ ਬੇਸਿਸ 'ਤੇ ਆਪਾਂ ਨਹੀਂ ਲੈ ਸਕਦੇ। ਇਟ ਇਜ਼ ਥਰੂ ਟਰਾਇਲ ਔਰ ਅਡੋਪਸ਼ਨ ਦੈਟ ਦ ਕੰਜ਼ਿਊਮਰ ਗੇਨ ਐਕਸਪੀਰੀਅੰਸ ਐਂਡ ਦੈਟ ਮੇ ਰਿਜ਼ਲਟ ਇਨ ਰਿਪੀਟ ਸੇਲਸ ਇਫ ਹੀ ਇਜ਼ ਸੈਟਿਸਫਾਈਡ ਵਿਦ ਦ ਪ੍ਰੋਡਕਟ ਔਰ ਦ ਸਰਵਿਸ। ਫਿਰ ਕੀ ਨੈਕਸਟ ਪੋਸਟ ਪਰਚੇਜ਼ ਰਿਐਕਸ਼ਨ। ਪੋਸਟ ਪਰਚੇਜ਼ ਰਿਐਕਸ਼ਨ ਕੀ ਹੁੰਦਾ ਵੀ ਬਿਹੇਵੀਅਰ ਕਿ ਜੋ ਉਸਨੇ ਕਮਿਟਮੈਂਟ ਪ੍ਰੋਡਕਟ ਦੇ ਨਾਲ ਕੀਤੀ ਸੀ ਉਹ ਮੇਡ ਹੋ ਚੁੱਕੀ ਹੈ, ਮਤਲਬ ਮਿਲ ਚੁੱਕੀ ਹੈ। ਦਿਸ ਪੋਸਟ ਪਰਚੇਜ਼ ਐਕਸਪੀਰੀਅੰਸ ਮੇ ਬੀ ਅ ਸੈਟ ਆਫ ਪੋਜ਼ੀਟਿਵ ਔਰ ਪੋਜ਼ੀਟਿਵ ਵੀ ਹੋ ਸਕਦਾ ਔਰ ਮੇਰਾ ਨੈਗੇਟਿਵ ਫੀਡਬੈਕ ਵੀ ਹੋ ਸਕਦਾ। ਪੋਜ਼ੀਟਿਵ ਫੀਲਿੰਗ ਕੀ ਹੁੰਦੀ ਹੈ ਕਿ ਮੈਂ ਰਿਪੀਟ ਸੇਲ ਕਰੂੰਗੀ, ਮਤਲਬ ਔਰ ਐਟਲੀਸਟ ਰਿਕਮੈਂਡਿੰਗ ਦ ਪ੍ਰੋਡਕਟ ਔਰ ਸਰਵਿਸਿਜ਼। ਮੈਂ ਹਰ ਕਿਸੇ ਨੂੰ ਰਿਕਮੈਂਡ ਕਰੂੰਗੀ ਨਹੀਂ ਤੁਸੀਂ ਸੈਮਸੰਗ ਦਾ ਫ਼ੋਨ ਯੂਜ਼ ਕਰੋ। ਔਨ ਦਾ ਅਦਰ ਹੈਂਡ ਡਿਸਸੈਟਿਸਫੈਕਸ਼ਨ ਔਰ ਨੈਗੇਟਿਵ ਫੀਲਿੰਗ ਕੀ ਹੁੰਦੀ ਹੈ ਐਨਗਜ਼ਾਇਟੀ ਅਤੇ ਡਾਊਟਸ ਲੈ ਕੇ ਆਉਂਦੀ ਆ। ਮੇਰਾ ਫ਼ੋਨ ਯਾਰ ਹੁਣ ਖ਼ਰਾਬ ਹੋ ਗਿਆ, 10 ਦਿਨ ਲਏ ਸੀ, ਤਾਂ ਇਹ ਚੀਜ਼ ਕੀ ਹੁੰਦੀ ਹੈ ਮੈਨੂੰ ਡਾਊਟ ਕ੍ਰੀਏਟ ਕਰਦੀ ਹੈ। ਦਿਸ ਸਟੇਜ ਆਫ ਮਾਈਂਡ ਇਜ਼ ਕਾਲਡ ਕੋਗਨੇਟਿਵ ਡਿਸੋਨੈਂਸ। ਕੋਗਨੇਟਿਵ ਡਿਸੋਨੈਂਸ ਮਤਲਬ ਆਪਣਾ ਰੀਜ਼ਨਿੰਗ ਆਪਣਾ ਅੱਛਾ ਨਹੀਂ ਫੀਲ ਹੁੰਦਾ। ਡਿਸੋਨੈਂਸ ਆਪਾਂ ਅੱਛਾ ਨਹੀਂ ਫੀਲ ਕਰਦੇ। ਹੀ ਟਰਾਈਜ਼ ਟੂ ਰਿਡਿਊਸ ਇਟ ਬਾਈ ਗੋਇੰਗ ਇਨ ਫॉर द अदर अल्टरनेटिव प्रोडक्ट or service in search of highest level of satisfaction. It is Mr. Leon Festinger
who put forward this theory of cognitive dissonance. ਹੁਣ ਇਹਨਾਂ ਨੇ ਅੱਗੇ ਫਰਦਰ ਇੱਕ ਥਿਉਰੀ ਨੂੰ ਅੱਗੇ ਰਿਪੀਟ ਕੀਤਾ ਸੀ. ਅਕੋਰਡਿੰਗਲੀ dissonance is a condition reflecting a tendency toward mental unease which occur when an individual hold two attitudes, ideas, beliefs which are not in harmony with each other. ਜੋ ਮਤਲਬ ਇਹ ਕੀ ਹੁੰਦਾ ਵੀ ਅਨਈਜ਼ ਆਪਣੇ ਮੈਂਟਲ ਆਪਣੇ ਸਟੇਬਲ ਨਹੀਂ ਰਹਿੰਦੀ, ਕਿਉਂਕਿ ਆਪਣੇ ਟੂ ਐਟੀਟਿਊਡਸ ਬਣ ਜਾਂਦੇ ਨੇ, ਆਈਡੀਆਸ ਅਤੇ ਬਲੀਵਸ, ਕਿ ਜੋ ਆਪਣੀ ਆਪਾਂ ਨੂੰ ਸ਼ਾਂਤੀ ਨਹੀਂ ਪ੍ਰੋਵਾਈਡ ਕਰਦੇ. ਇਨ ਅਦਰ ਵਰਡਸ ਵਨ ਫੀਲ ਅਨਈਜ਼ੀ ਵੈਨ ਐਨ ਐਟੀਟਿਊਡ ਵਿਚ ਇਜ਼ ਨਾਟ ਕੌਨਸੋਨੈਂਟ ਵਿਦ ਵਨਸ ਬਿਹੇਵੀਅਰ. ਠੀਕ ਹੈ, ਆਪਾਂ ਨੂੰ ਇੱਕ ਅੱਛਾ ਅਨਈਜ਼ੀ ਫੀਲ ਹੁੰਦਾ, ਆਪਾਂ ਇੱਕ ਪ੍ਰੋਪਰ ਇੱਕ ਐਟੀਟਿਊਡ ਨਹੀਂ ਬਣਾ ਪਾਉਂਦੇ ਇੱਕ ਬਿਹੇਵੀਅਰ ਦੇ ਰਿਲੇਟਿਡ. ਵਨਸ ਦੇਅਰਫੋਰ ਟੈਂਡਸ ਟੂ ਰਿਡਿਊਸ ਡਿਸੋਨੈਂਸ ਬਾਈ ਈਦਰ ਚੇਂਜਿੰਗ ਔਰ strengthening one's view or suitability, alternating one's behavior.